ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਉੱਤੇ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ। ਤੇ ਅਸੀਂ ਤੁਹਾਡੇ ਸਾਹਮਣੇ ਇੱਕ ਨਵਾਂ ਸ਼ੋਅ ਲੈ ਕੇ ਆ ਰਹੇ ਹਾਂ ਜਿਸ ਦਾ ਨਾਮ ਹੈ ਤ੍ਰਿੰਜਣ। ਤ੍ਰਿੰਜਣ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਹੁੰਦਾ ਸੀ ਜਿੱਥੇ ਔਰਤਾਂ ਆਪਣੇ ਘਰਾਂ ਦੇ ਕੰਮ ਕਾਜ ਮੁਕਾ ਕੇ ਤੇ ਆਪਣਾ ਹੋਰ ਛੋਟੇ ਛੋਟੇ ਕੰਮ, ਕੋਈ ਕੱਤਣ ਦਾ, ਕੋਈ ਸੀਣ ਦਾ, ਕੋਈ ਫੁਲਕਾਰੀਆਂ ਕੱਢਣ ਦਾ, ਇਹੋ ਜਿਹੇ ਕੰਮ ਲੈ ਕੇ ਇੱਕ ਦੂਜੇ ਨਾਲ ਇਕੱਠੀਆਂ ਹੋ ਕੇ ਨਾਲੇ ਤਾਂ ਦੁੱਖ ਸੁੱਖ ਸਾਂਝੇ ਕਰਦੀਆਂ ਸੀ, ਨਾਲੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਉਹਨਾਂ ਦਾ ਵੀ ਇੱਕ ਦੂਜੇ ਤੋਂ ਸਹਾਰਾ ਲੈਂਦੀਆਂ ਸੀ। ਅਸੀਂ ਵੀ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਹੀ ਤ੍ਰਿੰਜਣ ਲੈ ਕੇ ਆ ਰਹੇ ਹਾਂ। ਇਹ ਸਾਡਾ ਸਿਰਫ ਭੈਣਾਂ ਵਾਸਤੇ ਨਹੀਂ, ਇਹ ਸਾਡਿਆਂ ਵੀਰਾਂ ਵਾਸਤੇ ਵੀ ਹੈ, ਇਹ ਸਾਰਿਆਂ ਵਾਸਤੇ ਹੈ, ਇਹ ਨਿਆਣਿਆਂ ਵਾਸਤੇ ਵੀ ਹੈ, ਇਹ ਸਿਆਣਿਆਂ ਵਾਸਤੇ ਵੀ ਹੈ। ਤੇ ਤੁਸੀਂ ਵੀ ਸਾਡੇ ਤ੍ਰਿੰਜਣ ਸ਼ੋਅ ਦੇ ਵਿੱਚ ਹਰ ਵਾਰੀ ਸਾਂਝ ਪਾਉਣੀ ਤਾਂ ਕਿ ਅਸੀਂ ਨਵੀਆਂ ਗੱਲਾਂ ਇਹਦੇ ਵਿੱਚ ਕਰ ਸਕੀਏ। ਤੁਸੀਂ ਕੋਈ ਵੀ ਟੌਪਿਕ ਹੋਵੇ ਜਿਹੜਾ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਕਵਰ ਕਰੀਏ, ਤੁਸੀਂ ਵੀ ਸਾਨੂੰ ਈਮੇਲ ਕਰ ਸਕਦੇ ਹੋ। ਇਹ ਸਕਰੀਨ ਦੇ ਨੀਚੇ ਈਮੇਲ ਐਡਰੈਸ ਲਿਖਿਆ ਆ ਰਿਹਾ ਹੈ ਤੇ ਅਸੀਂ ਉਸ ਟੌਪਿਕ ਬਾਰੇ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਟੌਪਿਕ ਬਾਰੇ ਗੱਲ ਕਰੀਏ। ਪਿਛਲੇ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀਗੀ ਜੈਸਾ ਅੰਨ ਵੈਸਾ ਮਨ। ਅਸੀਂ ਮਨ ਦੀ ਖੁਰਾਕ ਬਾਰੇ ਵੀ ਗੱਲ ਕੀਤੀ ਸੀ, ਅਸੀਂ ਤਨ ਦੀ ਖੁਰਾਕ ਬਾਰੇ ਵੀ ਗੱਲ ਕੀਤੀ ਸੀਗੀ। ਤੇ ਅਸੀਂ ਕਿਰਨ ਭੈਣ ਜੀ ਨੂੰ ਵੀ ਸ਼ੋਅ ਤੇ ਲੈ ਕੇ ਆਏ ਸੀਗੇ। ਅੱਜ ਫੇਰ ਕਿਰਨ ਭੈਣ ਜੀ ਸਾਡੇ ਨਾਲ ਸ਼ੋਅ ਦੇ ਵਿੱਚ ਹੈ। ਮੈਨੂੰ ਬਹੁਤ ਚੰਗਾ ਲੱਗਿਆ ਭੈਣ ਜੀ, ਤੁਸੀਂ ਜਦੋਂ ਸ਼ੋਅ ਅਸੀਂ ਇਕੱਠਿਆਂ ਨੇ ਕੀਤਾ ਤੇ ਹੁਣ ਅਸੀਂ, ਮੈਨੂੰ ਲੱਗਦਾ ਇੱਦਾਂ ਹੀ ਆਪਾਂ ਚੱਲਦੇ ਰਵਾਂਗੇ ਤੇ ਸ਼ੋਅ ਇਕੱਠੇ ਕਰਦੇ ਰਵਾਂਗੇ। ਭੈਣ ਜੀ, ਇੱਕ ਮੇਰੇ ਦਿਲ ਦੇ ਵਿੱਚ ਅਸੀਂ ਥੋੜਾ ਜਿਹਾ ਟੱਚ ਕੀਤਾ ਸੀਗਾ ਕਿ ਅੱਜ ਕੱਲ੍ਹ ਅਸੀਂ ਜਿਹੜੀ ਖੁਰਾਕ ਖਾਂਦੇ ਆ ਬੜੀ ਜਲਦਬਾਜ਼ੀ ਦੇ ਵਿੱਚ ਖਾਂਦੇ ਆ, ਅਸੀਂ ਆਰਾਮ ਦੇ ਨਾਲ ਬੈਠ ਕੇ ਨਹੀਂ ਖਾਂਦੇ ਤੇ ਉਹ ਸਾਰਾ ਸਾਡਾ ਰਸ਼ ਹੋ ਜਾਂਦਾ ਹੈ। ਸਾਡੇ ਅੰਦਰ ਸ਼ਾਂਤੀ ਕਿਵੇਂ ਆਏਗੀ ਜੇ ਸਾਡਾ ਅੰਨ ਪੱਕਿਆ ਹੀ ਸ਼ਾਂਤੀ ਦੇ ਨਾਲ ਨਹੀਂ ਹੈ, ਅਸੀਂ ਖਾਧਾ ਹੀ ਉਹਨੂੰ ਸ਼ਾਂਤੀ ਦੇ ਨਾਲ ਨਹੀਂ ਹੈ। ਅੱਜ ਕੱਲ੍ਹ ਇੱਕ ਹੋਰ ਵੀ ਨਵੀਂ ਚੀਜ਼ ਚੱਲੀ ਹੈ ਕਿ ਅਸੀਂ ਇੰਨੀ ਮਾਡਰਨ ਲਾਈਫ ਦੇ ਵਿੱਚ ਬਿਜ਼ੀ ਹੋ ਗਏ ਹਾਂ। ਅਸੀਂ ਹੁਣ ਸਾਡੇ ਕਈ ਘਰਾਂ ਦੇ ਵਿੱਚ ਕੁੱਕ ਵੀ ਹੈਗੇ ਨੇ ਕਿ ਸਾਡੇ ਘਰ ਆ ਕੇ ਕੋਈ ਕੁਕਿੰਗ ਕਰ ਜਾਂਦਾ ਹੈ ਤੇ ਫਰਜ਼ ਕਰ ਲਓ ਕਿ ਤੁਹਾਡੇ ਘਰ ਦੇ ਵਿੱਚ ਕੁੱਕ ਹੈ ਤੇ ਕੁੱਕ ਤੁਹਾਡੀ ਰੋਟੀ ਪਕਾ ਰਿਹਾ ਹੈ ਤੇ ਰੋਜ਼ ਤੁਸੀਂ 2 ਰੋਟੀ ਖਾਂਦੇ ਹੋ ਤੇ ਅੱਜ ਤੁਸੀਂ ਕੁੱਕ ਨੂੰ ਕਹਿਤਾ ਕਿ 1 ਰੋਟੀ ਹੋਰ ਪਕਾ ਦੇ। ਤੁਹਾਨੂੰ ਪਤਾ ਨਾ ਕੁੱਕ ਕੀ ਕਹਿਣ ਵਾਲੀ ਹੈ। ਤੁਸੀਂ ਟੀਵੀ ਦੇਖ ਕੇ ਹੱਸੇ ਕਿਉਂ? ਕਿਉਂਕਿ ਤੁਹਾਨੂੰ ਪਤਾ ਹੈ ਕਿ ਕੁੱਕ ਕਹਿਣ ਵਾਲੀ ਹੈ ਕਿ ਰੋਜ਼ ਤਾਂ 2 ਰੋਟੀਆਂ ਖਾਂਦੇ ਨੇ, ਅੱਜ ਤੀਜੀ ਕਿਉਂ ਮੰਗ ਲਈ। ਉਹ ਵਾਈਬ ਸਾਡੀ ਰੋਟੀ ਦੇ ਅੰਦਰ ਜਾਂਦੇ ਹੈ। ਹੁਣ ਉਹੀ ਗੱਲ ਜੇ ਇੱਕ ਬੱਚਾ ਆਪਣੀ ਮਾਂ ਨੂੰ ਕਵੇ ਕਿ ਮਾਂ 1 ਰੋਟੀ ਹੋਰ ਖਾਣੀ ਹੈ ਤੇ ਮਾਂ ਕਿੰਨੀ ਖੁਸ਼ੀ ਦੇ ਨਾਲ 1 ਰੋਟੀ ਹੋਰ ਪਕਾ ਕੇ ਦਿੰਦੀ ਹੈ ਆਪਣੇ ਬੱਚੇ ਨੂੰ, ਉਹ ਰੋਟੀ ਦੇ ਵਿੱਚ ਕਿਹੜੇ ਵਾਈਬਸ ਜਾਂਦੇ ਨੇ। ਸੋ ਇਸ ਕਰਕੇ ਅਸੀਂ ਅੱਜ ਥੋੜੀ ਜੀ ਇਹਦੇ ਬਾਰੇ ਹੋਰ ਗੱਲ ਕਰਾਂਗੇ। ਕਿਰਨ ਭੈਣ ਜੀ, ਤੇ ਤੁਸੀਂ ਜਿਮ ਜਾਣ ਵਾਲੇ ਬੰਦੇ ਹੋ ਤੇ ਤੁਸੀਂ ਆਪਣੀ ਰੋਟੀ ਕਿਵੇਂ ਕੰਜ਼ਿਊਮ ਕਰਦੇ ਹੋ? ਤੁਸੀਂ ਵੀ ਗੱਡੀ ਦੇ ਵਿੱਚ ਬਹਿ ਕੇ ਜਲਦੀ ਖਾ ਜੀ। ਮੈਂ ਹੁਣ ਆਪਣੇ ਆਪ ਨੂੰ ਇਹ ਕਹਿੰਦੀ ਹਾਂ ਕਿ ਇੱਕ ਲਾਈਫ ਦੇ ਵਿੱਚ ਇੱਕ ਠਹਿਰਾਵ ਹੋਣਾ ਚਾਹੀਦਾ। ਹਾਂਜੀ, ਹੈ ਨਾ, ਬਿਕੋਜ਼ ਟਾਈਮ ਇਜ਼ ਰਨਿੰਗ ਵੈਰੀ ਫਾਸਟ ਐਂਡ ਅਸੀਂ ਟਾਈਮ ਦੇ ਨਾਲ ਹੀ ਮੂਵ ਹੋ ਰਹੇ ਹਾਂ। ਬਟ ਇਹਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਜਿਹੜੀ ਬੇਸਿਕਸ ਨੀਡਸ ਇੱਕ ਹਿਊਮਨ ਨੂੰ ਚਾਹੀਦੀ ਹੈ, ਜਿਹੜਾ ਰੋਟੀ ਕੱਪੜਾ ਔਰ ਮਕਾਨ, ਇਹਨੂੰ ਅਸੀਂ ਸਾਈਡ 'ਤੇ ਕਰ ਲਈਏ। ਤਾਂ ਮੈਂ ਇਹੀ ਕੋਸ਼ਿਸ਼ ਕਰਦੀ ਹਾਂ ਆਪਣਾ ਬ੍ਰੇਕਫਾਸਟ, ਆਪਣੀ ਲੰਚ ਅਤੇ ਆਪਣਾ ਡਿਨਰ ਮੈਂ ਟੇਬਲ 'ਤੇ ਬੈਠ ਕੇ ਹੀ ਖਾਂਦੀ ਹਾਂ। ਐਂਡ ਮੈਂ ਆਪਣੀ ਫੈਮਿਲੀ ਅਤੇ ਬੱਚਿਆਂ ਨੂੰ ਵੀ ਇਹੀ ਕਹਿੰਦਾ ਕਿ TV ਬੰਦ ਕਰ ਦਿਓ, ਮੋਬਾਇਲਸ ਸਾਈਡ 'ਤੇ ਰੱਖ ਲਓ। ਭਾਵੇਂ ਅਸੀਂ ਇੱਕ ਦੂਜੇ ਦੇ ਨਾਲ ਗੱਲਾਂ ਨਹੀਂ ਕਰਦੇ ਡਾਈਨਿੰਗ ਟੇਬਲ 'ਤੇ, ਬਟ ਰੋਟੀ ਦੇ ਉੱਪਰ ਧਿਆਨ ਰੱਖੇ, ਹੈ ਨਾ, ਉਹਨੂੰ ਖਾਓ, ਉਹਨੂੰ ਇੰਜੋਏ ਕਰੋ, ਕਿਉਂਕਿ ਇਸ ਸਰੀਰ ਨੂੰ ਇੱਕ ਨਰਿਸ਼ਮੈਂਟ ਚਾਹੀਦੀ ਆ। ਦੇਖੋ ਭੈਣ ਜੀ, ਹੁਣ ਅਸੀਂ 8 ਤੇ 10 ਘੰਟੇ ਅਸੀਂ ਲਗਾਉਂਦੇ ਹਾਂ ਸੌਣ ਵਾਸਤੇ, ਅਸੀਂ ਟਾਈਮ ਲਗਾਉਂਦੇ ਹਾਂ ਸ਼ਾਵਰ ਲੈਣ ਵਾਸਤੇ, ਆਪਣੇ ਬਾਲਾਂ ਨੂੰ ਸੰਵਾਰਨ ਵਾਸਤੇ, ਆਪਣੇ ਨੇਲਸ ਨੂੰ ਪੇਂਟ ਕਰਨ ਵਾਸਤੇ। ਜਿਹੜੀ ਰੋਟੀ ਹੈਗੀ ਹੈ, ਜੋ ਬੇਸਿਕ ਇੱਕ ਹਿਊਮਨ ਨੀਡ ਆ, ਉਹਨੂੰ ਕਿਉਂ ਅਸੀਂ ਰਸ਼ 'ਚ ਖਾਂਦੇ ਹਾਂ? ਹਾਂਜੀ ਭੈਣ ਜੀ, ਮੈਂ ਇੱਕ ਗੱਲ ਕਰਨੀ ਸੀਗੀ। ਉਹ ਸਾਡੇ ਘਰ ਦੇ ਵਿੱਚ ਜਿਵੇਂ ਅਸੀਂ ਸਵੇਰੇ ਉੱਠ ਕੇ ਅਸੀਂ ਥੋੜਾ ਜਿਹਾ ਅਸੀਂ ਸ਼ੋਜ਼ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕੀਤੀ ਹੈ, ਅਸੀਂ ਸਿਮਰਨ ਦੀ ਵੀ ਗੱਲ ਕੀਤੀ ਹੈ ਕਿ ਅਸੀਂ ਇੱਕ ਜਿਹੜੀ ਰੋਟੀ ਹੁੰਦੀ ਹੈ, ਰੋਟੀ ਦੇ ਲੰਗਰ ਦੇ ਵਿੱਚ ਕੀ ਫਰਕ ਹੁੰਦਾ ਹੈ, ਪਾਣੀ ਦੇ ਅੰਮ੍ਰਿਤ ਦੇ ਵਿੱਚ ਕੀ ਫਰਕ ਹੁੰਦਾ ਹੈ। ਤੇ ਅਸੀਂ ਹੁਣ ਥੋੜੀ ਜਿਹੀ ਗੱਲ ਕੀਤੀ ਹੈ ਕਿ ਜੇ ਅਸੀਂ ਮੇਡ ਨੂੰ ਕਹਿ ਦਈਏ ਕਿ 1 ਰੋਟੀ ਹੋਰ ਪਕਾ ਦੇ, ਤੇ ਸਾਨੂੰ ਸਾਰਿਆਂ ਨੂੰ ਪਤਾ ਨਾ ਕਿ ਮੇਡ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਉਹ ਖਾਣੇ ਦੇ ਵਿੱਚ ਕੀ ਹੈ ਤੇ ਉਹ ਅਸੀਂ ਖਾ ਰਹੇ ਹਾਂ।
ਤੇ ਉਹੀ ਅਗਰ ਅਸੀਂ ਮਾਂ ਨੂੰ ਕਹਿ ਦਈਏ ਕਿ ਇੱਕ ਰੋਟੀ ਹੋਰ ਮਾਂ ਪਕਾ ਦੇ, ਤੇ ਮਾਂ ਤਾਂ ਖੁਸ਼ੀ ਦੇ ਨਾਲ ਇੰਨੀ ਫੁੱਲ ਜਾਂਦੀ ਹੈ ਕਿ ਮੇਰੇ ਬੱਚੇ ਨੇ ਇੱਕ ਰੋਟੀ ਹੋਰ ਮੰਗੀ। ਤੇ ਮੇਰੇ ਘਰ ਦੇ ਵਿੱਚ ਇਹ ਇੱਕ ਸਾਡੀ ਰੂਟੀਨ ਹੈਗੀ ਹੈ ਕਿ ਅਸੀਂ ਸਵੇਰੇ ਉੱਠ ਕੇ ਬੱਚਿਆਂ ਦੇ ਨਾਲ ਜਿਵੇਂ ਆਪਣਾ ਪਾਠ ਕਰਨਾ, ਅਸੀਂ ਆਪਣਾ ਨਿਤਨੇਮ ਕਰਦੇ ਹਾਂ। ਮੈਂ ਜਦੋਂ ਆਪਣਾ ਨਿਤਨੇਮ ਕਰਨਾ ਹੈ, ਉਸ ਟਾਈਮ ਥੋੜ੍ਹੀ ਦੇਰ ਵਾਸਤੇ ਉਹ ਵਾਈਬ੍ਰੇਸ਼ਨਸ ਚੱਲ ਰਹੀਆਂ ਹੁੰਦੀਆਂ ਸਾਡੇ ਸਰੀਰ ਦੇ ਅੰਦਰ, ਸਾਡੇ ਮਨ ਦੇ ਅੰਦਰ, ਸਾਡੇ ਤਨ ਦੇ ਅੰਦਰ। ਤੇ ਫਿਰ ਅਸੀਂ ਨੀਚੇ ਆ ਕੇ ਮੈਂ ਉਦੋਂ ਰਸੋਈ ਦੇ ਵਿੱਚ ਜਾ ਕੇ ਬਿਲਕੁਲ ਸ਼ਾਂਤੀ ਦੇ ਨਾਲ ਉਹੀ ਮੇਰੇ ਅੰਦਰੋਂ ਪਾਠ ਵਾਲੀਆਂ ਵਾਈਬ੍ਰੇਸ਼ਨਸ ਚੱਲ ਰਹੀਆਂ ਨੇ, ਤੇ ਪਾਠ ਪਿੱਛੇ ਨਾਮ ਸਿਮਰਨ ਮੇਰੀ ਰਸੋਈ ਦੇ ਵਿੱਚ ਚੱਲ ਰਿਹਾ, ਤੇ ਉਹੀ ਮੈਂ ਉਸ ਟਾਈਮ ਦੇ ਵਿੱਚ ਇੱਕ ਟਾਈਮ ਖਾਣਾ ਪਕਾਉਣੀ ਹੈ, ਜੋ ਵੀ ਹੈ ਦਿਨ ਦੇ ਵਿੱਚ ਦਾਲ ਸਬਜ਼ੀ ਸਵੇਰੇ ਸਵੇਰੇ ਮੈਂ ਕਰਕੇ, ਔਰ ਉਹਨੂੰ ਮੈਂ ਬਣਾ ਕੇ ਉਹ ਰੱਖਦੀ ਹਾਂ, ਔਰ ਉਹ ਅਸੀਂ ਬੱਚੇ ਸਾਰੀ ਫੈਮਿਲੀ ਅਸੀਂ ਉਹ ਖਾ ਰਹੇ ਹਾਂ। ਲੇਕਿਨ ਇਹਦਾ ਇਹ ਨਹੀਂ ਮਤਲਬ ਕਿ ਹਮੇਸ਼ਾ ਮੇਰੀ ਇਹ ਰੂਟੀਨ ਨਹੀਂ ਸੀਗੀ। ਇਹ ਰੂਟੀਨ ਕਿਉਂਕਿ ਕਈ ਸਾਡੇ ਦਰਸ਼ਕ ਸੁਣ ਰਹੇ ਹੋਣਗੇ, ਕਹਿ ਰਹੇ ਹੋਣਗੇ ਕਿ ਮੇਰੇ ਕੋਲੇ ਤਾਂ ਇਹ ਚੀਜ਼ ਵਾਸਤੇ ਟਾਈਮ ਹੀ ਨਹੀਂ ਹੈਗਾ। ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਭੈਣ ਜੀ? ਭੈਣ ਜੀ, ਹੁਣ ਅਸੀਂ ਪਿਛਲੇ ਸ਼ੋਅ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਹਰ ਇਨਸਾਨ ਦੇ ਕੋਲ 24 ਘੰਟੇ ਇਕੱਲੇ ਹੁੰਦੇ ਆ। ਉਸ 24 ਘੰਟੇ ਦੇ ਵਿੱਚ ਤੁਸੀਂ ਖੁਦ ਡਿਸਾਈਡ ਕਰੋ ਕਿ ਤੁਹਾਡੇ ਮੇਨ ਪ੍ਰਾਇੋਰਟੀਜ਼ ਕੀ ਹੁੰਦੇ ਆ। ਹੁਣ ਵਰਕ ਇਜ਼ ਅ ਮਸਟ, ਸਾਰੇ ਕੰਮ ਤੇ ਜਾਂਦੇ ਆ, ਵਰਕ ਦੀ ਰਿਸਪੌਂਸਿਬਿਲਿਟੀਜ਼ ਅਸੀਂ ਟਾਲ ਨਹੀਂ ਸਕਦੇ, ਬਟ ਇਹ ਵੀ ਗੱਲ ਸੋਚਣ ਵਾਲੀ ਆ ਕਿ ਤੁਸੀਂ ਕੰਮ ਕਿਸ ਵਾਸਤੇ ਕਰ ਰਹੇ ਹੋ। ਜੇ ਤੁਸੀਂ ਬੇਸਿਕ ਆਪਣੀ ਨੀਡਸ ਜਿਹੜੀ ਹੈਗੀ ਆ, ਰੋਟੀ ਵਾਸਤੇ ਕਰ ਰਹੇ ਆ, ਕੱਪੜੇ ਵਾਸਤੇ ਕਰ ਰਹੇ ਆ, ਛੱਤ ਦੇ ਵਾਸਤੇ ਕਰ ਰਹੇ ਆ, ਤਾਂ ਉਹਨੂੰ ਪ੍ਰਾਇੋਰਟੀਜ਼ ਦੇ ਵਿੱਚ ਲਾਣਾ ਤਾਂ ਚਾਹੀਦਾ ਹੀ ਆ। ਹੁਣ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਐਵਰੀਡੇ ਕੁਕਿੰਗ ਕਰੋ। ਕਈ ਘਰਾਂ ਦੇ ਵਿੱਚ ਹੁੰਦੇ ਆ ਕਿ ਪੈਰੈਂਟਸ ਬਿਜ਼ੀ ਹੋ ਜਾਂਦੇ ਆ, ਬੱਚਿਆਂ ਦੀ ਰਿਸਪੌਂਸਿਬਿਲਿਟੀ, ਸਿਆਣਿਆਂ ਦੀ ਰਿਸਪੌਂਸਿਬਿਲਿਟੀ ਹੁੰਦੀ ਆ। ਮੈਂ ਇਹ ਕਹਿੰਦੀ ਆ ਕਿ ਤੁਸੀਂ ਨਿਤ ਸਮਾਲ ਚੇਂਜਸ ਲਾਓ। ਹਾਂਜੀ, ਸਮਾਲ ਚੇਂਜਸ, ਕਿ ਤੁਸੀਂ ਜੇ 30 ਮਿੰਟਸ ਪਹਿਲਾਂ ਉੱਠ ਸਕਦੇ ਆ, ਉਹਨੂੰ ਟਰਾਈ ਕਰੋ। 30 ਮਿੰਟਸ ਪਹਿਲਾਂ ਉੱਠ ਜਾਓ। ਉਹ 30 ਮਿੰਟਸ ਤੁਸੀਂ ਪਹਿਲਾਂ ਉੱਠ ਕੇ ਤੁਹਾਨੂੰ ਕਿੰਨਾ ਆਨੰਦ ਦਿੰਦਾ ਵਾ ਕਿ ਮੈਂ ਰਸ਼ ਨਹੀਂ ਕਰ ਰਹੀ ਹਾਂ ਹੁਣ, ਕਿਉਂਕਿ ਮੇਰੇ ਕੋਲ ਉਹ ਟਾਈਮ ਹੈਗਾ ਵਾ ਉਹ ਬ੍ਰੇਕਫਾਸਟ ਬਣਾਉਣ ਵਾਸਤੇ, ਜਾਂ ਉਹ ਲੰਚ ਬਣਾਉਣ ਵਾਸਤੇ, ਜਾਂ ਇੱਕ ਸਮੂਦੀ ਬਣਾਉਣ ਵਾਸਤੇ। ਅੱਜ ਕੱਲ੍ਹ ਬੜੇ ਸਾਰੇ ਮਸ਼ੀਨਾਂ ਵੀ ਆ ਗਈਆਂ ਜੋ ਸਾਨੂੰ ਏਡਸ ਕਰਦੇ ਆ। ਆਈ ਥਿੰਕ ਭੈਣ ਜੀ ਇੱਕ ਇਹ ਗੱਲ ਬਣ ਗਈ ਹੈ ਨਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ 30 ਮਿੰਟਸ ਪਹਿਲਾਂ ਉੱਠਣਾ, ਜਦੋਂ ਸਾਨੂੰ ਉਹਦੇ ਫਾਇਦੇ ਮਹਿਸੂਸ ਹੋਣ ਲੱਗ ਜਾਂਦੇ ਹੈ, ਜਦੋਂ ਸਾਨੂੰ ਸਾਡੇ ਅੰਦਰ ਫਰਕ ਨਜ਼ਰ ਆਉਂਦਾ ਹੈ ਕਿ ਤੁਸੀਂ ਵੀ ਪਿਛਲੀ ਵਾਰੀ ਕਿਹਾ ਯੂ ਆਰ ਵਾਟ ਯੂ ਈਟ, ਇਹ ਤਾਂ ਸਾਡੀ ਥੀਮ ਚੱਲ ਰਹੀ ਹੈ ਕਿ ਜੈਸਾ ਅੰਨ ਵੈਸਾ ਮਨ। ਫਿਰ ਜੇ ਅਸੀਂ ਉਹ ਅੰਨ ਦੇ ਵਿੱਚ ਉਹਦੇ ਵਿੱਚ ਅਸੀਂ ਇਨਵੈਸਟਮੈਂਟ ਹੀ ਨਹੀਂ ਕਰ ਰਹੇ ਤਾਂ ਸਾਨੂੰ ਬਾਹਰ ਕੀ ਉਹਦੇ ਵਿੱਚੋਂ ਨਿਕਲਣਾ ਹੈ, ਹਨਾ ਭੈਣ ਜੀ? ਕਿ ਉਹ 30 ਮਿੰਟਸ ਅਸੀਂ ਆਪਣੇ ਪ੍ਰਾਇੋਰਿਟੀ ਬਣਾ ਲਈਏ ਕਿ ਨਹੀਂ ਇਹ ਮੈਂ ਕੰਮ ਕਰਨਾ ਹੀ ਕਰਨਾ ਹੈ। ਬੇਸ਼ੱਕ ਥੋੜਾ ਕਰੀਏ, ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਐਵਰੀ ਡੇ ਤੇ ਤਿੰਨੋਂ ਟਾਈਮ, ਕਿਉਂਕਿ ਅਸੀਂ ਕੰਮਾਂ ਤੇ ਵੀ ਜਾਣਾ ਹੈ। ਲੇਕਿਨ ਜਦੋਂ ਸਾਨੂੰ ਉਹਦੇ ਬੈਨੀਫਿਟਸ ਪਤਾ ਚੱਲਣ ਲੱਗ ਜਾਂਦੇ ਹੈ, ਜਦੋਂ ਅਸੀਂ ਕੋਈ ਵੀ ਗਲਤ ਚੀਜ਼ ਖਾ ਲੈਂਦੇ ਆ ਜੋ ਸਾਡੇ ਸਰੀਰ ਨੂੰ ਨੁਕਸਾਨ ਦਿੰਦੀ ਹੈ, ਸਾਨੂੰ ਪਤਾ ਚੱਲਦਾ ਨਾ ਮੇਰਾ ਪੇਟ ਦਰਦ ਹੋ ਰਿਹਾ, ਫਿਰ ਅਸੀਂ ਕਹਿ ਰਹੇ ਹਾਂ ਮੈਂ ਆ ਨਹੀਂ ਦੁਬਾਰਾ ਖਾਣਾ, ਉਹਨੂੰ ਸਾਨੂੰ ਉਹਦਾ ਉਦੋਂ ਅਸਰ ਹੁੰਦਾ ਹੈ। ਜਦੋਂ ਅਸੀਂ ਇੱਦਾਂ ਗੁੱਡ ਵਾਈਬ੍ਰੇਸ਼ਨਸ ਵਿੱਚ ਅੱਛਾ ਐਨ ਆਪਣੇ ਆਪ ਨੂੰ ਸ਼ਾਂਤ ਸੁਭਾਅ ਕਰਕੇ ਅੱਛੀਆਂ ਚੀਜ਼ਾਂ ਉਹਦੇ ਵਿੱਚ, ਅਸੀਂ ਗੁਰਦੁਆਰਿਆਂ ਦੇ ਵਿੱਚ ਕਈ ਵਾਰੀ ਸੁਣਿਆ ਹੋਗਾ, ਕਹਿੰਦੇ ਨੇ ਜੋ ਖਾਵੇ ਤੇਰਾ ਨਾਮ ਚਿੱਤੇ ਆਵੇ, ਹੈ ਨਾ, ਤੇ ਜੋ ਖਾਵੇ ਰਾਜ਼ੀ ਜਾਵੇ। ਅਸੀਂ ਇਹੋ ਜਿਹੀਆਂ ਚੀਜ਼ਾਂ ਜਦੋਂ ਖਾਣੇ ਦੇ ਵਿੱਚ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ, ਸਾਨੂੰ ਉਹਨਾਂ ਦਾ ਫਰਕ ਨਜ਼ਰ ਆਉਂਦਾ ਹੈ। ਜ਼ਰੂਰੀ ਨਹੀਂ ਕਿ ਇੱਕਦਮ ਨਜ਼ਰ ਆਉਂਦਾ ਹੈ, ਪਰ ਉਹਦਾ ਜ਼ਰੂਰ ਸਾਡੇ ਉੱਤੇ ਅਸਰ ਪੈਂਦਾ ਹੈ। ਫਿਰ ਸਾਨੂੰ ਬੈਨੀਫਿਟਸ ਨਜ਼ਰ ਆਉਂਦੇ ਨੇ ਤਾਂ ਅਸੀਂ ਕਰਨਾ ਸ਼ੁਰੂ ਕਰਦੇ ਹਾਂ। ਐਂਡ ਭੈਣ ਜੀ ਇੱਕ ਗੱਲ ਵੀ ਮੈਂ ਐਡ ਕਰਨਾ ਚਾਹੁੰਦੀ ਹਾਂ, ਕੋਈ ਵੀ ਹੈਬਿਟ, ਕੋਈ ਵੀ ਚੈਲੰਜਸ ਚ ਅਸੀਂ ਅਪਣਾ ਰਹੇ ਹਾਂ ਆਪਣੀ ਜ਼ਿੰਦਗੀ 'ਚ ਜਾਂ ਟਰਾਈ ਕਰਨਾ ਚਾਹੁੰਦੇ ਹਾਂ, ਤੁਸੀਂ ਹਾਰ ਨਾ ਮੰਨਿਓ। ਬਿਕੋਜ਼ ਇਨੀਸ਼ੀਅਲੀ ਹਰ ਇੱਕ ਚੀਜ਼ ਵਾਸਤੇ ਮੁਸ਼ਕਿਲ ਹੁੰਦੀ ਹੈ। ਜਿਹੜਾ ਅਸੀਂ ਪਿਛਲੇ ਐਪੀਸੋਡ 'ਚ ਕਿਹਾ ਸੀਗਾ ਕਿ ਜਿਮ, ਕਿ ਮੈਂ ਕਿਉਂ ਜਿਮ ਜਾਂਦੀ ਹਾਂ, ਮੈਂ ਜਿਮ ਵੀਕ ਦੇ ਵਿੱਚ 4 ਵਾਰ ਜਾਂਦੀ ਹਾਂ। ਹਾਂਜੀ, ਐਂਡ ਕਈ ਵਾਰ ਮੇਰਾ ਦਿਲ ਨਹੀਂ ਕਰਦਾ ਜਾਣ ਦਾ, ਬਟ ਜਦੋਂ ਮੈਂ ਮੈਨੂੰ ਵੀ ਲੈ ਜਾਇਆ ਕਰੋ ਤੁਸੀਂ ਜਿਮ। ਆਫ ਕੋਰਸ ਪਰ ਜਦੋਂ ਤੁਸੀਂ ਆਪਣੇ ਬੈਨੀਫਿਟਸ ਵੇਖਦੇ ਆ। ਭੈਣ ਜੀ ਮੈਂ ਥੋੜਾ ਬੈਕ ਸਟੋਰੀ ਜਾ ਕੇ ਥੋੜੀ ਦੱਸਣੀ ਚਾਹਨੀ ਸੀਗੀ। ਕੋਵਿਡ ਤੋਂ ਪਹਿਲਾਂ ਮੈਨੂੰ ਟਾਈਪ 2 ਡਾਇਬੀਟੀਜ਼ ਡਾਇਗਨੋਸ ਹੋਇਆ ਸੀਗਾ। ਦਿਸ ਇਜ਼ ਵਾਟ ਸਟਾਰਟਡ ਮਾਈ ਜਿਮ ਜਰਨੀ, ਕਿਉਂਕਿ ਮੈਂ ਸੋਚਿਆ ਮੇਰੇ 2 ਨਿਆਣੇ ਆ, ਮੈਂ ਉਹਨਾਂ ਦੇ ਵਾਸਤੇ ਜੀਣਾ, ਆਪਣੇ ਹਸਬੈਂਡ ਦੇ ਵਾਸਤੇ ਜੀਣਾ, ਆਪਣੀ ਫੈਮਿਲੀ ਦੇ ਵਾਸਤੇ ਜੀਣਾ, ਬਟ ਭਰਪੂਰ ਜ਼ਿੰਦਗੀ ਜੀਣਾ। ਆਈ ਡੋਂਟ ਵਾਂਟ ਟੂ ਟੇਕ ਮੈਡੀਕੇਸ਼ਨ, ਮੈਂ ਬਿਮਾਰ ਨਹੀਂ ਹੋਣਾ ਚਾਹੁੰਦੀ, ਮੈਂ ਡਾਕਟਰ ਦੇ ਕੋਲ ਨਹੀਂ ਜਾਣਾ ਚਾਹੁੰਦੀ। ਸੋ ਇਹ ਜਿਮ ਦੀ ਜਰਨੀ ਜਿਹੜੀ ਹੈਗੀ ਆ ਇੱਥੇ ਸ਼ੁਰੂ ਹੋਈ ਸੀਗੀ।
ਹੁਣ ਇਹ ਜਰਨੀ ਨਹੀਂ ਰਹੀ, ਦਿਸ ਇਜ਼ ਪਾਰਟ ਆਫ ਮਾਈ ਲਾਈਫ, ਦਿਸ ਇਜ਼ ਪਾਰਟ ਆਫ ਵਾਟ ਆਈ ਡੂ। ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਕਹਿੰਦੀ ਹਾਂ, ਜ਼ਿੰਦਗੀ ਦਾ ਇੱਕ ਹਿੱਸਾ ਹਾਂਜੀ, ਇੱਕ ਹਿੱਸਾ ਬਣ ਚੁੱਕੀ ਹੈ, ਬਿਕੋਜ਼ ਮੈਨੂੰ ਉਸ ਬੈਨੀਫਿਟ ਦਾ ਪਤਾ ਲੱਗਿਆ ਕਿ ਆਈ ਫੀਲ ਬੈਟਰ, ਆਈ ਲੁੱਕ ਬੈਟਰ, ਆਈ ਕੈਨ ਡੂ ਸੋ ਮਚ ਮੋਰ। ਸੋ ਆਈ ਥਿੰਕ ਜੋ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਜਦੋਂ ਵੀ ਅਸੀਂ ਕੋਈ ਜ਼ਰੂਰ ਕੰਮ ਸ਼ੁਰੂ ਕਰਦੇ ਹਾਂ ਨਵਾਂ, ਕਿ ਸਾਨੂੰ ਉਹ ਔਖਾ ਲੱਗਦਾ ਤੇ ਜਾਂ ਅਸੀਂ ਮਜਬੂਰੀ ਵਿੱਚੋਂ ਕਰਦੇ ਹਾਂ ਸ਼ੁਰੂ, ਤੇ ਫਿਰ ਆਹਿਸਤਾ ਆਹਿਸਤਾ ਉਹ ਸਾਡੀ ਇੱਕ ਆਦਤ ਹੀ ਬਣ ਜਾਂਦੀ ਹੈ, ਉਹ ਇੱਕ ਹੈਬਿਟ ਹੀ ਬਣ ਜਾਂਦੀ ਹੈ। ਫਿਰ ਤੁਸੀਂ ਆਪਣਾ ਸੀਰੀਅਲ ਜਿਹੜਾ ਹੈਗਾ, ਜਦੋਂ ਤੁਸੀਂ ਐਵਰੀਡੇ ਵੇਖਦੇ ਹੋ, ਤੁਸੀਂ ਸੋਚਿਏ ਲੀਵ ਦ ਸੀਰੀਅਲ, ਮੈਂ ਕੁਝ ਔਰ ਖਾਣਾ ਬਣਾ ਲੈਂਦੀ ਹਾਂ, ਜਾਂ ਮੈਂ ਜਿਮ ਚਲੀ ਜਾਂਦੀ ਹਾਂ, ਮੈਂ ਵਾਕ ਤੇ ਚਲੀ ਜਾਂਦੀ ਹਾਂ, ਜਾਂ ਮੈਂ ਸਿਮਰਨ ਕਰ ਲੈਂਦੀ ਹਾਂ, ਜਾਂ ਮੈਂ ਕੋਈ ਗੁਰਬਾਣੀ ਦੀ ਪੰਕਤੀ ਪੜ੍ਹ ਲੈਂਦੀ ਹਾਂ। ਭੈਣ ਜੀ, ਇਹ ਜਿਹੜਾ ਤੁਸੀਂ ਕਿਹਾ ਨਾ ਕਿ ਅਸੀਂ ਸੈਰ ਲਈ ਜਾਂਦੇ ਹਾਂ, ਇਹ ਵੀ ਇੱਕ ਮਨ ਦੀ ਖੁਰਾਕ ਹੈ। ਇਹ ਜਿਹੜੀ ਸਾਨੂੰ ਫਰੈਸ਼ ਏਅਰ ਮਿਲਦੀ ਹੈ, ਇਹਦੇ ਨਾਲ ਸਾਡੇ ਅੰਦਰ, ਸਾਡੇ ਸਰੀਰ ਦੇ ਵਿੱਚ ਕਿੰਨੇ ਬੈਨੀਫਿਟਸ ਹੈ। ਅਸੀਂ ਥੋੜਾ ਜਿਹਾ ਵੀ ਗੂਗਲ ਦੇ ਉੱਤੇ ਪਾ ਕੇ ਦੇਖੀਏ ਤੇ ਸਾਨੂੰ ਢੇਰ ਸਾਰਾ ਪਤਾ ਚੱਲ ਜਾਏਗਾ ਕਿ ਇਹਦੇ ਕਿੰਨੇ ਬੈਨੀਫਿਟਸ ਨੇ। ਇਹ ਸਾਰੀਆਂ ਚੀਜ਼ਾਂ ਸਾਡੀ ਖੁਰਾਕ ਹੈ। ਥੋੜੀ ਜਿਹੀ ਤੁਸੀਂ ਇਹ ਵੀ ਗੱਲ ਕੀਤੀ ਹੈ ਭੈਣ ਜੀ ਕਿ ਤੁਸੀਂ ਸਭ ਤੋਂ ਪਹਿਲਾਂ ਸੋਚਿਆ ਕਿ ਮੈਂ ਆਪਣੇ ਬੱਚਿਆਂ ਵਾਸਤੇ, ਕਈ ਵਾਰੀ ਅਸੀਂ ਸ਼ੁਰੂ ਕਰਦੇ ਹਾਂ ਕਿ ਇਹ ਮੈਂ ਕਿਸੇ ਵਾਸਤੇ ਕੰਮ ਕਰਨਾ, ਲੇਕਿਨ ਅਸੀਂ ਕਿਸੇ ਨੂੰ ਵੀ ਓਨਾ ਕੀ ਕੁਝ ਦੇ ਸਕਦੇ ਹਾਂ ਜਿੰਨਾ ਸਾਡੇ ਕੋਲੇ ਪਹਿਲਾਂ ਖੁਦ ਹੋਵੇ। ਅਸੀਂ ਚਾਹੇ ਪਿਆਰ ਦੀ ਗੱਲ ਕਰੀਏ, ਚਾਹੇ ਅਸੀਂ ਦਇਆ ਦੀ ਗੱਲ ਕਰੀਏ ਜਿਹਨੂੰ ਅਸੀਂ ਕੰਪੈਸ਼ਨ ਕਹਿੰਦੇ ਹਾਂ, ਚਾਹੇ ਅਸੀਂ ਕਿਸੇ ਵੀ ਚੀਜ਼ ਦੀ ਗੱਲ ਕਰੀਏ। ਅਸੀਂ ਕਈ ਵਾਰੀ ਸੁਣਿਆ ਹੋਗਾ ਕਿ ਆਪਣੇ ਆਪ ਤੋਂ ਵੀ ਜ਼ਿਆਦਾ ਮੈਂ ਕਿਸੇ ਨੂੰ ਪਿਆਰ ਕਰਦਾ ਹੈ, ਜਾਂ ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਕਿਸੇ ਨੂੰ ਪਿਆਰ ਓਨਾ ਕੀ ਕਰ ਸਕਦੇ ਹਾਂ ਜਿੰਨਾ ਅਸੀਂ ਖੁਦ ਨੂੰ ਕਰਦੇ ਹੋਈਏ। ਜਿਹੜੀ ਚੀਜ਼ ਮੇਰੇ ਕੋਲੇ ਹੈ ਹੀ ਨਹੀਂ, ਉਹ ਮੈਂ ਦੂਸਰੇ ਨੂੰ ਕਿਵੇਂ ਦੇ ਦਿਆਂ? ਸੋ ਸਭ ਤੋਂ ਪਹਿਲਾਂ ਸਾਨੂੰ ਖੁਦ ਦੇ ਨਾਲ ਸ਼ੁਰੂ ਕਰਨਾ ਚਾਹੀਦਾ। ਅਸੀਂ ਜੇ ਸਾਰਿਆਂ ਲਈ ਨਹੀਂ ਕਰ ਸਕਦੇ, ਅਸੀਂ ਖੁਦ ਲਈ ਇੱਕ ਮੀਲ ਬਣਾਈਏ ਆਪਣੀ, ਉਹਨੂੰ ਰੈਡੀ ਕਰੀਏ, ਫਿਰ ਅਸੀਂ ਆਹਿਸਤਾ ਆਹਿਸਤਾ, ਹੌਲੀ ਹੌਲੀ, ਸਹਿਜੇ ਸਹਿਜੇ ਅਸੀਂ ਉਹ ਫੈਲ ਜਾਂਦੀ ਹੈ, ਫਿਰ ਅਸੀਂ ਸਾਰਿਆਂ ਦੇ ਨਾਲ ਉਹ ਚੀਜ਼ਾਂ ਸ਼ੇਅਰ ਕਰ ਸਕਦੇ ਹਾਂ। ਜੀ ਭੈਣ ਜੀ, ਕੋਈ ਵੀ ਸਟੈਪਸ ਅਸੀਂ ਚੱਕਣੀ ਆ ਤਾਂ ਮੈਂ ਕਹਿੰਦੀ ਹਾਂ ਕਿ ਤੁਸੀਂ ਪਹਿਲਾ ਕਦਮ ਉਠਾਓ। ਹਾਂਜੀ, 1 ਦਿਨ ਤੋਂ 2 ਦਿਨ, 2 ਦਿਨ ਤੋਂ 3 ਦਿਨ, 3 ਤੋਂ 5, ਫਿਰ ਵੀਕ, ਫਿਰ ਤੁਹਾਨੂੰ ਆਪਣੇ ਆਪ ਮਹਿਸੂਸ ਹੋਊਗਾ ਕਿ ਇਹ ਚੇਂਜਸ ਜਿਹੜੀ ਹੈਗੀ ਆ ਮੇਰੇ ਸਰੀਰ ਵਾਸਤੇ ਹੀ ਨਹੀਂ, ਮੇਰੇ ਮਾਈਂਡ ਵਾਸਤੇ, ਮੇਰੀ ਸਪਿਰਿਚੁਅਲ ਲਾਈਫ ਵਾਸਤੇ ਤੇ ਮੇਰੇ ਮੈਂਟਲ ਵੈਲਬੀਇੰਗ ਵਾਸਤੇ ਇਟਸ ਅ ਹੋਲਿਸਟਿਕ ਇਫੈਕਟ। ਹਾਂਜੀ, ਇਹ ਮੈਂ ਕਹਿਣ ਲੱਗੀ ਸੀ ਕਿ ਅਸੀਂ ਅਕਸਰ ਮਾਈਂਡ ਨੂੰ ਬੋਡੀ ਦੇ ਨਾਲੋਂ ਅਸੀਂ ਸਮਝਦੇ ਹਾਂ ਕਿ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਜਾਂ ਅੰਗਰੇਜ਼ੀ ਦੇ ਵਿੱਚ ਟਰਮ ਹੈਗਾ ਮਾਈਂਡ, ਬੋਡੀ, ਸੋਲ। ਇਹ ਸਾਨੂੰ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਬਹੁਤ ਦੇਰ ਤੋਂ ਪਤਾ ਸੀਗਾ ਕਿ ਇਹ ਤਿੰਨੋਂ ਚੀਜ਼ਾਂ ਅਲੱਗ ਨਹੀਂ ਹੈ। ਇਹ ਤਿੰਨੋਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਨਾਲ ਚੱਲਦੀਆਂ ਨੇ। ਮਨ ਦਾ ਸਰੀਰ ਦੇ ਨਾਲ ਤਾਲੁਕ ਹੈ, ਸਰੀਰ ਦਾ ਫਿਰ ਸਾਡੀ ਆਤਮਾ ਦੇ ਨਾਲ ਤਾਲੁਕ ਹੈ। ਕਈ ਵਾਰੀ ਸਾਡਾ ਬੋਡੀ ਮਨ ਦੇ ਨਾਲ ਕੋਆਪਰੇਟ ਨਹੀਂ ਕਰਦੀ, ਜਾਂ ਕਦੇ ਕਦੇ ਮਾਈਂਡ ਬੋਡੀ ਦੇ ਨਾਲ ਨਹੀਂ ਕੋਆਪਰੇਟ ਕਰਦਾ। ਜੇ ਮੈਂ ਕਰਾਂ ਮੈਨੂੰ ਬੜੀ ਪਿਆਸ ਲੱਗੀ ਹੈ, ਮੈਂ ਪਾਣੀ ਪੀਣਾ, ਤੇ ਪਰ ਬੋਡੀ ਉੱਠਣਾ ਹੀ ਨਹੀਂ ਚਾਹੁੰਦੀ। ਬੋਡੀ ਕਹਿੰਦੀ ਹੈ ਕਿ ਉੱਠ ਕੇ ਰਸੋਈ 'ਚ ਗਲਾਸ ਪਾਣੀ ਦਾ ਭਰਾਂਗੇ, ਪਰ ਮਨ ਹੋਰ ਹੈ, ਬੋਡੀ ਹੋਰ ਹੈ। ਲੇਕਿਨ ਇਹਨਾਂ ਨੂੰ ਅਸੀਂ ਸਿੰਕ ਦੇ ਵਿੱਚ ਕਿਵੇਂ ਲੈ ਕੇ ਆਉਣਾ, ਇਹਨਾਂ ਨੂੰ ਅਸੀਂ ਕਿਵੇਂ ਲੈ ਕੇ ਆਉਣਾ ਕਿ ਇੱਕ ਦੂਸਰੇ ਦੇ ਨਾਲ ਚੱਲ ਰਹੀਆਂ ਨੇ ਗੱਡੀ, ਜਿਵੇਂ ਇਹਨਾਂ ਨੂੰ ਸੈਪਰੇਟ ਨਹੀਂ ਕਰਕੇ, ਇਹਨਾਂ ਨੂੰ ਤਿੰਨੇ ਚੀਜ਼ਾਂ ਨੂੰ। ਕਈ ਵਾਰੀ ਸਾਨੂੰ ਬਿਮਾਰੀਆਂ ਵੀ ਜਦੋਂ ਲੱਗ ਜਾਂਦੀਆਂ ਨੇ, ਤੁਸੀਂ ਥੋੜੀ ਜਿਹੀ ਡਾਇਬੀਟੀਜ਼ ਦੀ ਗੱਲ ਕੀਤੀ ਕਿ ਤੁਹਾਡੀ ਜਰਨੀ ਇੱਥੋਂ ਸ਼ੁਰੂ ਹੋਈ। ਜਦੋਂ ਸਾਨੂੰ ਸਾਡੀ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਬੋਡੀ ਨੂੰ ਟ੍ਰੀਟ ਕਰਨਾ ਸ਼ੁਰੂ ਕਰਦੇ ਹਾਂ, ਅਸੀਂ ਬੋਡੀ ਵਾਸਤੇ ਦਵਾਈਆਂ ਲੈਣੀਆਂ ਸ਼ੁਰੂ ਕਰਦੇ ਹਾਂ, ਲੇਕਿਨ ਅਸੀਂ ਮਨ ਵੱਲ ਧਿਆਨ ਨਹੀਂ ਦਿੰਦੇ। ਤੇ ਜੋ ਸਾਡੇ ਬਹੁਤ, ਮੈਂ ਨਹੀਂ ਕਹਿੰਦੀ ਕਿ ਹਮੇਸ਼ਾ, ਲੇਕਿਨ ਬਹੁਤ ਵਾਰੀ ਜੋ ਸਾਡੇ ਸਰੀਰ ਦੇ ਵਿੱਚ ਚੱਲ ਰਿਹਾ ਹੁੰਦਾ ਉਹਦਾ ਸਾਡੇ ਮਨ ਦੇ ਨਾਲ ਤਾਲੁਕ ਹੁੰਦਾ। ਅਸੀਂ ਅੱਗੇ ਵੀ ਹੋਰ ਸ਼ੋਅ ਦੇ ਵਿੱਚ ਐਂਗਜ਼ਾਇਟੀ ਬਾਰੇ ਵੀ ਗੱਲ ਕਰਾਂਗੇ। ਜਿਵੇਂ ਐਂਗਜ਼ਾਇਟੀ ਵੀ ਇੱਕ ਮਾਨਸਿਕ, ਸਾਡੀ ਮਾਨਸਿਕ ਸਿਹਤ ਦੇ ਉੱਤੇ ਪ੍ਰਭਾਵ ਪੈਂਦਾ ਉਹਦਾ, ਕਿ ਅਸੀਂ ਸੋਚਦੇ ਹਾਂ ਕਿ ਮੇਰਾ ਸਿਰ ਦੁਖਦਾ ਹੈ ਜਾਂ ਮੈਨੂੰ ਚੱਕਰ ਆ ਰਹੇ ਨੇ ਕਿ ਮੈਂ ਇਹਦੀ ਦਵਾਈ ਲੈ ਲਾਂ। ਲੇਕਿਨ ਹੋ ਸਕਦਾ ਕਿ ਮੇਰਾ ਸਿਰ ਦੁਖਦਾ ਹੈ ਜਾਂ ਮੈਨੂੰ ਚੱਕਰ ਆ ਰਹੇ ਨੇ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਕੋਈ ਪਰੇਸ਼ਾਨੀ ਚੱਲ ਰਹੀ ਹੈ, ਮੈਨੂੰ ਹੋਰ ਕਿਸੇ ਚੀਜ਼ ਤੋਂ ਐਂਗਜ਼ਾਇਟੀ ਹੋ ਰਹੀ ਹੈ, ਮੈਨੂੰ ਘਬਰਾਹਟ ਹੋ ਰਹੀ ਹੈ। ਅਰੇ ਅਸੀਂ ਉਸ ਚੀਜ਼ ਨੂੰ ਇਗਨੋਰ ਕਰ ਰਹੇ ਹਾਂ ਔਰ ਅਸੀਂ ਸਰੀਰ ਨੂੰ ਟ੍ਰੀਟ ਕਰ ਰਹੇ ਹਾਂ। ਸੋ ਇਸ ਕਰਕੇ ਅਸੀਂ ਹਮੇਸ਼ਾ ਮਾਈਂਡ ਔਰ ਬੋਡੀ ਨੂੰ ਔਰ ਸੋਲ ਨੂੰ ਇਕੱਠਿਆਂ ਨੂੰ ਰੱਖ ਕੇ, ਤਿੰਨਾਂ ਚੀਜ਼ਾਂ ਨੂੰ ਇਕੱਠਿਆਂ ਨੂੰ ਟ੍ਰੀਟ ਕਰਨਾ ਹੈ। ਜੀ ਮੈਂ ਇੱਕ ਗੱਲ ਵੀ ਐਡ ਕਰਨਾ ਚਾਹੁੰਦੀ ਹਾਂ ਇਸ ਗੱਲ ਤੋਂ, ਕਿ ਇਟਸ ਵੈਰੀ ਇੰਪੋਰਟੈਂਟ ਟੂ ਸਪੈਂਡ ਟਾਈਮ ਵਿਦ ਯੋਰਸੈਲਫ। ਹਾਂਜੀ, ਐਂਡ ਟੂ ਕਨੈਕਟ with what's around you, nature ਦੇ ਨਾਲ ਕਨੈਕਟ ਕਰਨ ਵਾਸਤੇ।
ਇਸ ਜ਼ਮਾਨੇ 'ਚ ਹਰ ਇੱਕ ਬੰਦਾ ਮੋਬਾਈਲ ਫੋਨ ਤੇ ਆ, ਆਈਪੈਡਸ ਤੇ ਆ, ਇੰਸਟਾਗ੍ਰਾਮ ਤੇ ਆ। ਮੈਂ ਇਹ ਨਹੀਂ ਕਹਿੰਦੀ ਇਟਸ ਬੈਡ, ਇਟਸ ਅ ਗੁੱਡ ਸੋਰਸ ਆਫ ਇਨਫੋਰਮੇਸ਼ਨ ਇਫ ਯੂ ਯੂਜ਼ ਇਟ ਇਨ ਦ ਰਾਈਟ ਵੇ। ਹਾਂਜੀ। ਬਟ ਕਿ ਕਿੰਨੀ ਵਾਰ ਅਸੀਂ ਚੇਅਰ ਤੇ ਬੈਠ ਕੇ ਇੰਟਰਨੈਟ ਦੇ ਉੱਪਰ ਸਵਾਈਪ ਕਰਦੇ ਹਾਂ। ਹਾਂਜੀ। 10 ਮਿੰਟ, 30 ਮਿੰਟ, 1 ਘੰਟਾ ਹੋ ਗਿਆ। ਫਿਰ ਸਾਨੂੰ ਰਿਅਲਾਈਜੇਸ਼ਨ ਹੋਇਆ ਕਿ ਮੈਂ 1 ਘੰਟਾ ਚੇਅਰ ਤੇ ਬੈਠ ਕੇ ਖਾਮਖਾ ਮੈਂ ਵੇਸਟ ਕੀਤਾ। ਉਸ 1 ਘੰਟੇ ਦੇ ਵਿੱਚ ਤੁਸੀਂ ਕੋਈ ਪ੍ਰੋਡਕਟਿਵ ਕੰਮ ਕਰ ਸਕਦੇ ਆ, ਕੁਛ ਵੀ ਤੁਹਾਡੀ ਮਰਜ਼ੀ। ਖਾਣਾ ਬਣਾ ਸਕਦੇ ਆ, ਮੈਡੀਟੇਸ਼ਨ ਕਰ ਸਕਦੇ ਆ, ਵੌਕ ਤੇ ਜਾ ਸਕਦੇ ਆ। ਬਟ ਕਿੰਨੀ ਵਾਰ ਅਸੀਂ ਇਸ ਟਾਈਮ ਨੂੰ ਕਿੰਨਾ ਕੁ ਵੇਸਟ ਕਰ ਲੈਂਦੇ ਆ। ਹਾਂਜੀ ਭੈਣ ਜੀ, ਮੈਨੂੰ ਲੱਗਦਾ ਕਈ ਸਾਡੇ ਦਰਸ਼ਕ ਸੁਣਨ ਵਾਲੇ, ਦੇਖਣ ਵਾਲੇ ਇਹ ਵੀ ਕਹਿਣਗੇ, ਪਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਮਨ ਨੂੰ ਮਨਾਉਣ ਦੀ। ਉਹ ਮਨ ਨੂੰ ਉਸ ਵੇਲੇ ਮਨਾਉਣਾ ਔਖਾ ਹੈ। ਸਾਨੂੰ ਪਤਾ ਕਿ ਇਹ ਮੇਰੇ ਵਾਸਤੇ ਅੱਛੀ ਹੈ ਚੀਜ਼, ਕਿ ਮੈਂ ਬਾਹਰ ਵੌਕ ਲਈ ਜਾਵਾਂ ਜਾਂ ਮੈਂ ਕੁਛ ਅੱਛਾ ਖਾਣ ਲਈ ਬਣਾਵਾਂ ਜਾਂ ਕੋਈ ਬੁੱਕ ਪੜ੍ਹਾਂ, ਕੋਈ ਮੈਡੀਟੇਸ਼ਨ ਕਰਾਂ। ਇਹ ਚੀਜ਼ਾਂ, ਇਹ ਮੇਰੀ ਖੁਰਾਕ ਹੈ, ਇਹ ਮੇਰੇ ਮਨ ਦੀ ਖੁਰਾਕ ਹੈ, ਇਹ ਮੇਰੇ ਤਨ ਦੀ ਵੀ ਖੁਰਾਕ ਹੈ। ਇਹ ਮੇਰੇ ਵਾਸਤੇ ਚੀਜ਼ਾਂ ਠੀਕ, ਅੱਛੀਆਂ ਨੇ। ਪਰ ਸਾਡਾ ਮਨ ਹੀ ਨਹੀਂ ਮੰਨਦਾ ਉਹਨਾਂ ਗੱਲਾਂ ਕਰਨ ਨੂੰ, ਉਹ ਅਸੀਂ ਉੱਥੇ ਹੀ ਹੋ ਜਾਂਦੇ ਹਾਂ। ਤਾਂ ਮੈਂ ਇਹ ਕਹਾਂਗੀ ਕਿ ਉਹ ਮਨ ਦੀ ਜਿਹੜੀ ਸੋਚ ਆ ਉਹਨੂੰ ਇੰਟਰਪਟ ਕਰਨਾ। ਟਾਈਮਰ ਲਗਾ ਦਿਓ ਭੈਣ ਜੀ ਫੋਨ ਤੇ। ਅੱਜ ਕੱਲ੍ਹ ਫੋਨਸ ਬੜੇ ਸਮਾਰਟਫੋਨਸ ਹੋ ਗਏ ਨੇ। ਤਾਂ ਮੈਂ ਇਹ ਗੱਲ ਕਹਿ ਸਕਦੀ ਹਾਂ ਕਿਉਂਕਿ ਮੈਂ ਖੁਦ ਕੀਤੀ ਹੋਈ ਹੈ। ਆਪਣੇ ਫੋਨ ਤੇ ਮੈਂ 2 ਘੰਟੇ ਦੇ ਇੰਸਟਾਗ੍ਰਾਮ ਤੇ ਟਾਈਮਰ ਲਗਾਇਆ। ਜਦੋਂ 2 ਘੰਟੇ ਹੋ ਜਾਂਦੇ ਆ ਕਿ ਮੈਨੂੰ ਪਤਾ ਕਿ ਕਿਰਨ 10 ਦੈਟਸ ਇਟ, ਇਟਸ ਡਨ, ਟਿਕ ਕਰ ਤਾਂ ਸਾਈਡ ਤੇ ਰੱਖ ਦੇ। ਸੋ ਮੈਂ ਉਸ 2 ਘੰਟੇ ਨੂੰ ਬੜੇ ਸਪੈਸ਼ਲੀ ਯੂਜ਼ ਕਰਦੀ ਹਾਂ। ਜਦੋਂ ਮੈਨੂੰ ਚਾਹੀਦਾ ਕਿ ਮੈਂ ਕੁਛ ਇਨਫੋਰਮੇਸ਼ਨ ਲੱਭਾਂ ਜਾਂ ਕਿਸੇ ਇੰਸਟਾਗ੍ਰਾਮ ਯੂਜ਼ਰ ਤੇ ਮੈਂ ਕੋਈ ਗੱਲ ਵੇਖਣਾ ਚਾਹੁੰਦੀ ਹਾਂ, ਮੈਂ ਉਸ ਟਾਈਮ ਉੱਥੇ ਯੂਜ਼ ਕਰਦੀ ਹਾਂ। ਅੱਜ ਕੱਲ੍ਹ ਸਾਰਾ ਕੁਛ ਹੀ ਸਾਡੇ ਫੋਨ ਤੇ। ਅੱਜ ਕੱਲ੍ਹ ਅਸੀਂ ਕੰਮ ਵੀ ਫੋਨ ਤੇ ਕਰਨਾ, ਅਸੀਂ ਈਮੇਲਸ ਵੀ ਫੋਨ ਤੇ ਲਿਖਣੀਆਂ। ਸੋ ਇਸ ਕਰਕੇ ਸਾਡਾ ਧਿਆਨ ਦੂਜੇ ਪਾਸੇ ਜਾਣਾ ਬੜਾ ਸੌਖਾ ਹੈ। ਹਾਂਜੀ। ਸੋ ਧਿਆਨ ਨੂੰ ਵਾਪਸ ਕਿਵੇਂ ਲੈ ਕੇ ਆਉਣਾ ਹੈ? ਭੈਣ ਜੀ, ਮੈਂ ਇੱਕ ਰੂਟੀਨ ਬਣਾਈ ਹੈ ਹੁਣ, ਕਿਉਂਕਿ ਆਈਵ ਰੀਅਲਾਈਜ਼ਡ ਕਿ ਮੈਂ ਫੋਨ ਦੇ ਉੱਪਰ ਬਹੁਤ ਟਾਈਮ ਸਪੈਂਡ ਕਰਦੀ ਹਾਂ। ਹੁਣ ਮੇਰਾ ਕੰਮ ਜਿਹੜਾ ਹੈਗਾ 9 o'clock ਸਟਾਰਟ ਹੁੰਦਾ। 9 o'clock ਤੋਂ ਪਹਿਲਾਂ ਮੈਂ ਆਪਣਾ ਫੋਨ ਨੂੰ ਹੱਥ ਨਹੀਂ ਲਗਾਉਂਦੀ। ਹਾਂਜੀ। ਮੈਂ ਆਪਣੇ ਮਾਈਂਡ ਨੂੰ ਟ੍ਰੇਨ ਕੀਤਾ ਹੋਇਆ ਬਿਕੋਜ਼ ਆਈ ਕੀਪ ਟੈਲਿੰਗ ਮਾਈ ਸੈਲਫ ਲੌਂਗ ਟਰਮ ਬੈਨੀਫਿਟਸ। ਪਰ ਉਹੀ ਗੱਲ ਹੈ ਨਾ ਭੈਣ ਜੀ, ਮਨ ਨੂੰ ਟ੍ਰੇਨ ਕਿਵੇਂ ਕਰਨਾ? ਮੈਂ ਕਿੱਥੇ ਜਾਣਾ ਚਾਹ ਰਹੀ ਹਾਂ ਇਹ ਗੱਲ ਦੇ ਨਾਲ, ਕਿ ਫਿਰ ਉੱਥੇ ਕਿ ਜਿਹੜੇ ਸਾਡੇ ਸੁਣਨ ਵਾਲੇ ਕਹਿਣਗੇ ਕਿ ਨਹੀਂ ਜੀ ਮਨ ਨਹੀਂ ਮੰਨਦਾ, ਕਿ ਮਨ, ਫਿਰ ਉਹੀ ਗੱਲ ਹੈ ਕਿ ਮਨ ਇੱਕ ਬੱਚੇ ਦੀ ਤਰ੍ਹਾਂ ਹੈ। ਮਨ ਕਿਵੇਂ ਨਹੀਂ ਮੰਨਦਾ? ਮਨ ਨੂੰ ਮਨਾਉਣਾ ਪੈਂਦਾ, ਮਨ ਨੂੰ ਪਿਆਰ ਦੇ ਨਾਲ ਮਨਾਉਣਾ ਪੈਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਕਹਾਂਗੇ ਇਹ ਬੜਾ ਔਖਾ ਕੰਮ ਆ, ਨਹੀਂ ਕੀਤਾ ਜਾਣਾ, ਮਨ ਕਹਿੰਦਾ ਨਹੀਂ ਕੀਤਾ ਜਾਣਾ। ਜਦੋਂ ਅਸੀਂ ਮਨ ਨੂੰ ਕਹਿੰਦੇ ਲੈ ਇਹਦੇ 'ਚ ਕੀ ਹੈ, ਤਾਂ ਆਪਾਂ ਐਵੇਂ ਮਿੰਟੋ ਮਿੰਟ ਹੀ ਕਰ ਲੈਣਾ, ਮਨ ਕਹਿੰਦਾ ਹਾਂ ਅਸੀਂ ਕਰ ਲੈਣਾ। ਸੋ ਇਹ ਮਨ ਨੂੰ ਤੇ ਬੋਡੀ ਨੂੰ ਸਿੰਕ ਦੇ ਵਿੱਚ ਲੈ ਕੇ ਆਉਣ ਦੀ ਗੱਲ ਹੈ। ਖੇਡ ਤਾਂ ਸਾਰੀ ਮੇਰੇ ਹਿਸਾਬ ਨਾਲ ਇੱਥੇ ਹੈ ਕਿ ਜਿਵੇਂ ਮੈਂ ਥੋੜਾ ਜਿਹਾ ਕਿਹਾ ਸੀਗਾ ਕਿ ਚਾਹ ਪੀਣ ਨੂੰ ਦਿਲ ਕਰਦਾ ਹੈ, ਮਨ ਕਰ ਰਿਹਾ ਹੈ, ਲੇਕਿਨ ਬੋਡੀ ਨਹੀਂ ਕੋਆਪਰੇਟ ਕਰ ਰਹੀ। ਬੋਡੀ ਬੈਠੀ ਹੈ, ਬੋਡੀ ਕਹਿ ਰਹੀ ਹੈ ਉੱਠਣ ਨੂੰ ਨਹੀਂ ਜੀ ਕਰਦਾ, ਉੱਠ ਕੇ ਕੈਟਲ ਨਹੀਂ ਔਨ ਕਰਨ ਨੂੰ ਦਿਲ ਕਰਦਾ। ਸੋ ਮਾਈਂਡ ਐਂਡ ਬੋਡੀ ਨੂੰ ਸਿੰਕਰਨਾਈਜੇਸ਼ਨ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ? ਇਹ ਮੈਂ ਉਹੀ ਗੱਲ ਕਹਿਣਾ ਚਾਹੁੰਦੀ ਹਾਂ ਭੈਣ ਜੀ, ਇਹ ਨਿਤ ਕਰਨ ਵਾਲਾ ਕੰਮ ਹੈਗਾ। ਸਮਾਲ ਬੇਬੀ ਸਟੈਪਸ ਲੈਣ ਵਾਲਾ ਕੰਮ ਆ, ਪ੍ਰੈਕਟਿਸ ਕਰਨ ਵਾਲਾ ਕੰਮ ਆ। ਐਂਡ ਆਪਣੇ ਆਪ ਨੂੰ ਦੇਖੋ ਭੈਣ ਜੀ, ਸਿੰਪਲ ਐਂਡ ਈਜ਼ੀ 2 ਡਿਫਰੈਂਟ ਗੱਲ ਹੁੰਦੀ ਹੈ ਨਾ? ਤੁਸੀਂ ਐਗਰੀ ਕਰਦੇ ਹੋ ਨਾ ਕਿ ਇਹ ਸਿੰਪਲ ਸਟੈਪਸ ਆ। ਹਾਂਜੀ, ਇਹ ਕੰਮ ਸੌਖਾ ਹੈ ਬਟ ਈਜ਼ੀ ਨਹੀਂ ਹੁੰਦਾ ਕਰਨ ਵਾਸਤੇ। ਨਹੀਂ, ਇਹ ਮੈਨੂੰ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਸਿੰਪਲ ਹੈ ਲੇਕਿਨ ਸੌਖਾ ਨਹੀਂ ਹੈ। ਹਾਂਜੀ ਬਿਲਕੁਲ। ਹਾਂਜੀ, ਕਿ ਸਿੰਪਲ ਦਾ ਮਤਲਬ ਕਿ ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈ, ਬੜਾ ਸਟੈਪਸ ਦੇ ਵਿੱਚ ਹੈਗਾ 1 2 3 ਇਹੀ ਕੁਝ ਇਹੀ ਤਾਂ ਕਰਨਾ ਹੈ, ਬਟ ਈਜ਼ੀ ਨਹੀਂ, ਕਰਨਾ ਔਖਾ ਹੈ। ਉਹ ਕਰਨਾ ਸੌਖਾ ਨਹੀਂ ਹੈ। ਔਰ ਮੈਂ ਕਹਾਂਗੀ ਕਿ ਉਸ ਟਾਈਮ ਦੇ ਵਿੱਚ ਆਪਣਾ ਧਿਆਨ ਵਾਪਸ ਲੈ ਕੇ ਆਓ ਕਿ ਮੈਂ ਕਿਹੜਾ ਕੰਮ ਕਰਨਾ ਹੈ। ਉਹਨੂੰ ਇੰਟਰਪਟ ਕਰੋ ਉਸ ਥੋਟ ਨੂੰ। ਜਦੋਂ ਉਹ ਥੋਟ ਤੁਹਾਡੇ ਦਿਲ ਦੇ ਵਿੱਚ ਆ ਰਹੀ ਹੈ ਕਿ ਇਹ ਨਹੀਂ ਕਰਨਾ ਜਾਂ ਮੇਰਾ ਮਨ ਹੀ ਹੈ, ਉਸ ਚੀਜ਼ ਨੂੰ ਇੰਟਰਪਟ ਕਰਕੇ ਤੇ ਫਿਰ ਉਹਨੂੰ ਰਿਪਲੇਸ ਕਰਨੀ ਹੈ ਇੱਕ ਅੱਛੀ ਥੋਟ ਦੇ ਨਾਲ। ਹੁਣ ਭੈਣ ਜੀ, ਮੈਂ ਇੱਕ ਗੱਲ ਵੀ ਦੂਜੀ ਗੱਲ ਐਡ ਕਰਨਾ ਚਾਹੁੰਦੀ ਹਾਂ। ਹੁਣ ਵੈਲਥ ਜਿਹੜੀ ਹੈਗੀ ਆ ਹਰ ਇੱਕ ਬੰਦੇ ਨੂੰ ਪਿਆਰਾ ਵਾ। ਠੀਕ ਆ, ਇਹ ਮੈਂ ਆਪਣੇ ਉੱਪਰ ਲਾਗੂ ਕੀਤੀ ਆ ਹੁਣ। ਠੀਕ ਆ, ਹੁਣ ਮੈਂ ਆਪਣੇ ਟਾਈਮ ਨੂੰ ਵੈਲਥ ਦੀ ਤਰ੍ਹਾਂ ਵੇਖਦੀ ਹਾਂ। ਐਂਡ ਦੈਟਸ ਹਾਊ ਆਈ ਸਪੈਂਡ ਇਟ। ਜਿੱਥੇ ਮੈਂ ਚਾਹੁੰਦੀ ਹਾਂ ਕਿ ਯਾਰ ਉੱਥੇ ਮੇਰੀ ਬੈਨੀਫਿਟ ਹੋਣੀ ਆ ਐਕਸਰਸਾਈਜ਼ ਜਿਮ ਦੇ ਵਿੱਚ, ਮੈਂ ਜ਼ਿਆਦਾ ਆਪਣਾ ਵੈਲਥ ਲਗਾਉਣੀ ਹੈ। ਮੈਨੂੰ ਪਤਾ ਕਿ ਖੁਰਾਕ ਦੇ ਵਿੱਚ ਮੇਰੀ ਬੋਡੀ ਫਿਟ ਹੋਣੀ ਹੈ, ਬਿਲਡ ਹੋਣੀ ਹੈ, ਸਿਹਤ ਮੈਂ ਹੋਣਾ, ਉੱਥੇ ਮੈਂ ਆਪਣਾ ਤਨ ਲਗਾਉਂਦੀ ਹਾਂ। ਜਿਸ ਚੀਜ਼ ਦੇ ਵਿੱਚ ਮੈਨੂੰ ਪਤਾ ਵਾ
ਕਿ ਯਾਰ ਜੇ ਮੈਂ ਉੱਥੇ ਪੈਸੇ ਲਗਾਉਂਗੀ ਮੇਰਾ ਕੋਈ ਬੈਨੀਫਿਟ ਨਹੀਂ ਹੋਣਾ, ਉੱਥੇ ਮੈਂ ਪੈਸੇ ਨਹੀਂ ਲਗਾਉਂਦੀ। ਸੋ ਭੈਣ ਜੀ ਕਹਿ ਰਹੇ ਨੇ ਕਿ ਸਮਾਂ ਇੱਕ ਧਨ ਹੈ ਜੀ। ਤੇ ਉਹਨੂੰ ਸੋਚ ਸਮਝ ਕੇ ਖਰਚ ਕਰਨਾ, ਆਪਣਾ ਸਮੇਂ ਕਿੱਥੇ ਖਰਚ ਕਰਨਾ ਹੈ, ਉਹ ਤੁਹਾਡਾ ਧਨ ਖਰਚ ਹੋ ਰਿਹਾ ਹੈ, ਉਹ ਸਮਾਂ ਬੜਾ ਕੀਮਤੀ ਹੈ। ਭੈਣ ਜੀ ਕਹਿ ਰਹੇ ਨੇ ਅਸੀਂ ਪੁਰਾਣੇ ਬਜ਼ੁਰਗਾਂ ਨੂੰ ਵੀ ਕਹਿੰਦੇ ਹੋਏ ਸੁਣਿਆ ਹੋਊਗਾ ਕਿ ਸਮਾਂ ਬੜਾ ਕੀਮਤੀ ਹੁੰਦਾ ਹੈ, ਇਸ ਕਰਕੇ ਸਮਾਂ ਕਿੱਥੇ ਖਰਚ ਕਰਨਾ ਹੈ ਸੋਚ ਸਮਝ ਕੇ ਖਰਚ ਕਰਨਾ, ਐਵੇਂ ਫਜ਼ੂਲ ਖਰਚੀ ਨਹੀਂ ਕਰਨੀ। ਜੀ ਭੈਣ ਹਾਂਜੀ ਜੀ। ਭੈਣ ਜੀ, ਤੇ ਹੁਣ ਗੱਲਾਂ ਤਾਂ ਸਾਡੀਆਂ ਭੈਣ ਜੀ ਮੁੱਕਣੀਆਂ ਨਹੀਂ ਹੈਗੀਆਂ, ਲੇਕਿਨ ਸਮਾਂ ਸਾਨੂੰ ਇੰਨੀ ਇਜਾਜ਼ਤ ਨਹੀਂ ਦਿੰਦਾ। ਤੇ ਆਪਾਂ ਫੇਰ ਦੁਬਾਰਾ ਮਿਲਾਂਗੇ, ਅਸੀਂ ਸ਼ੋਅ ਦੇ ਵਿੱਚ ਹੋਰ ਵੀ ਢੇਰ ਸਾਰੀਆਂ ਗੱਲਾਂ ਕਰਾਂਗੇ। ਅਗਰ ਤੁਸੀਂ ਵੀ ਕੋਈ ਚਾਹੁੰਦੇ ਹੋ ਕਿ ਅਸੀਂ ਟੌਪਿਕ ਕਵਰ ਕਰੀਏ ਤਾਂ ਤੁਸੀਂ ਪਲੀਜ਼ ਇਹ ਸ਼ੋਅ ਦੇ ਵਿੱਚ ਈਮੇਲ ਸਾਨੂੰ ਕਰੋ, ਤੇ ਤਾਂ ਕਿ ਫਿਰ ਅਸੀਂ ਉਹ ਟੌਪਿਕ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਅੱਜ ਦਾ ਸਾਡਾ ਸ਼ੋਅ ਦੇ ਵਿੱਚ ਅਸੀਂ ਕੀ ਸਾਨੂੰ ਇਸ ਸ਼ੋਅ ਦੇ ਵਿੱਚੋਂ ਸਿੱਖਣ ਨੂੰ ਮਿਲਿਆ, ਮੇਰੇ ਵਾਸਤੇ ਭੈਣ ਜੀ 2-3 ਗੱਲਾਂ। ਇੱਕ ਤਾਂ ਕਿ ਤੁਸੀਂ ਜਿਹੜਾ ਕਿਹਾ, ਬੜੀ ਸੋਹਣੀ ਗੱਲ ਤੁਸੀਂ ਕਹੀ ਕਿ ਜਿਹੜਾ ਸਾਡਾ ਸਮਾਂ ਹੈ ਉਹ ਸਾਡਾ ਇੱਕ ਧਨ ਹੈ ਔਰ ਉਹਨੂੰ ਅਸੀਂ ਸੋਚ ਸਮਝ ਕੇ ਖਰਚ ਕਰਨਾ ਹੈ। ਤੇ ਇੱਕ ਮਨ ਇੱਕ ਬੱਚੇ ਦੀ ਤਰ੍ਹਾਂ ਉਹਨੂੰ ਬਾਰ-ਬਾਰ ਸਮਝਾਉਣਾ ਪੈਂਦਾ ਤੇ ਮਨਾਉਣਾ ਵੀ ਪੈਂਦਾ ਹੈ। ਜੀ ਹਾਂਜੀ ਭੈਣ ਜੀ, ਤੇ ਤੁਸੀਂ ਵੀ ਕੁਝ ਐਡ ਕਰਨਾ ਚਾਹੋਗੇ ਅਸੀਂ ਸ਼ੋਅ ਦਾ ਜੀ ਭੈਣ ਜੀ ਸਮਾਪਤੀ ਕਰੀਏ? ਹਾਂਜੀ, ਜੋ ਕੋਈ ਵੀ ਹੈਬਿਟ ਤੁਸੀਂ ਇੱਕ ਲਾਈਫਸਟਾਈਲ ਬਣਾਉਣਾ ਚਾਹੁੰਦੇ ਆ, ਬੀ ਕਾਈਂਡ ਟੂ ਯੋਰਸੈਲਫ, ਟੇਕ ਦ ਫਰਸਟ ਸਟੈਪ ਐਂਡ ਦੈਨ ਟੇਕ ਦ ਨੈਕਸਟ ਸਟੈਪ ਐਂਡ ਦੈਨ ਦ ਫੋਲੋਇੰਗ ਸਟੈਪ। ਇਨ 30 days you will transform yourself if you just stick to your plan, ਕਿ ਤੁਸੀਂ ਆਪਣੇ ਪਲਾਨ ਦੇ ਉੱਪਰ। ਸੋ ਭੈਣ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਜੇ 30 ਦਿਨਾਂ ਦੇ ਵਿੱਚ ਤੁਸੀਂ ਜਿਹੜੀ ਵੀ ਚੀਜ਼ ਦਾ ਫੈਸਲਾ ਕਰ ਲਈਏ ਕਿ ਤੁਸੀਂ ਉਹਨੂੰ ਜਾਰੀ ਰੱਖੋ 30 ਦਿਨਾਂ ਵਾਸਤੇ, ਤੇ ਉਹ ਤੁਹਾਡੇ ਵਾਸਤੇ ਤੁਹਾਡੇ ਅੰਦਰ ਇੱਕ ਬੜਾ ਵੱਡਾ ਬਦਲਾਵ ਲੈ ਕੇ ਆਏਗੀ। ਜੀ, ਆਪਣੇ ਆਪ ਨੂੰ ਇੱਕ ਮੌਕਾ ਦਿਓ, ਇੱਕ ਬਦਲਾਵ ਲਾਉਣ ਵਾਸਤੇ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਮੌਕਾ ਦਿਓ, ਕਿਉਂਕਿ ਤੁਸੀਂ ਡਿਜ਼ਰਵ ਕਰਦੇ ਆ ਉਸ ਮੌਕੇ ਨੂੰ। ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ, ਆਪਾਂ ਮਨ ਦੀ ਖੁਰਾਕ ਬਾਰੇ, ਅਸੀਂ ਤਨ ਦੀ ਖੁਰਾਕ ਬਾਰੇ, ਅਸੀਂ ਮਨ ਨੂੰ ਕਿਵੇਂ ਮਨਾਉਣਾ ਹੈਗਾ, ਤੇ ਅਸੀਂ ਮਨ ਤੇ ਤਨ ਨੂੰ ਦੋਨਾਂ ਨੂੰ ਕਿਵੇਂ ਸਿੰਕਰਨਾਈਜੇਸ਼ਨ ਦੇ ਵਿੱਚ ਲੈ ਕੇ ਆਉਣਾ ਹੈਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਤ੍ਰਿੰਜਣ ਦੇ ਵਿੱਚ ਸਾਂਝ ਪਾਈ। ਤੁਹਾਡੇ ਸਾਹਮਣੇ ਇਹੋ ਜਿਹਾ ਇੱਕ ਅਸੀਂ ਫੇਰ ਸ਼ੋਅ ਲੈ ਕੇ ਆਵਾਂਗੇ, ਉਹਦੇ ਵਿੱਚ ਵੀ ਜ਼ਰੂਰ ਸਾਂਝ ਪਾਉਣੀ। ਮਿਲਦੇ ਹਾਂ ਫਿਰ, ਅੱਜ ਦੇ ਵਾਸਤੇ ਬਸ ਇੰਨਾ ਹੀ ਕਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।